हाँ जी, स्वागत है जी ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਐਗਜ਼ਾਮ ਸਟੱਡੀ ਵਿਦ ਜੌਬ ਅਲਰਟ ਤੇ। ਸੋ ਮਾਸਟਰ ਕੇਡਰ ਅਗਲੀ ਕਲਾਸ ਅਗਲੇ ਨਵੇਂ MCQ ਪ੍ਰਸ਼ਨ ਉੱਤਰ ਤੁਹਾਡੇ ਲਈ ਲੈ ਕੇ ਆਏ ਹਾਂ। ਸੋ ਮੌਲਿਕ ਅਧਿਕਾਰ ਅਤੇ ਮੌਲਿਕ ਕਰਤੱਵ, ਫੰਡਾਮੈਂਟਲ ਰਾਈਟਸ ਐਂਡ ਡਿਊਟੀ। ਸੋ ਇਸ ਦਾ ਟੌਪਿਕ ਤੇ ਆਧਾਰਿਤ ਜੋ ਵੀ ਪ੍ਰਸ਼ਨ ਉੱਤਰ ਬਣਦੇ ਆ ਤੁਹਾਨੂੰ ਪ੍ਰੋਵਾਈਡ ਕਰ ਰਹੇ ਹਾਂ। ਸੋ ਇਸ ਤੋਂ ਪਹਿਲਾਂ ਭਾਰਤੀ ਸੰਵਿਧਾਨ ਤੇ ਜੋ ਵੀ ਕੁਐਸਚਨ ਬਣਦੇ ਤੁਹਾਨੂੰ ਪ੍ਰੋਵਾਈਡ ਕੀਤੇ ਨੇ। ਜਿਨ੍ਹਾਂ ਨੇ ਉਹ ਭਾਗ ਹਾਲੇ ਤੱਕ ਰੀਡ ਨਹੀਂ ਕੀਤੇ, ਚੈਨਲ ਦੀ ਪਲੇਲਿਸਟ ਵਿੱਚ ਜਾਂ ਫਿਰ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਜਾ ਕੇ ਚੈੱਕ ਕਰ ਸਕਦੇ ਹੋ। ਤਾਂ ਸਟਾਰਟ ਕਰਦੇ ਹਾਂ ਜੀ ਸੈਕਿੰਡ ਟੌਪਿਕ ਤੇ ਆਧਾਰਿਤ ਅਗਲੇ ਪ੍ਰਸ਼ਨ ਉੱਤਰ। ਤਾਂ ਪ੍ਰਸ਼ਨ ਨੰਬਰ 159 ਤੋਂ ਸਟਾਰਟ ਕਰਾਂਗੇ। ਡਾਕਟਰ ਭੀਮ ਰਾਓ ਅੰਬੇਦਕਰ ਨੇ ਕਿਸ ਅਨੁਛੇਦ ਨੂੰ ਮੌਲਿਕ ਅਧਿਕਾਰਾਂ ਦਾ ਜੀਵਨ ਅਤੇ ਆਤਮਾ ਆਖਿਆ? ਆਰਟੀਕਲ 30 ਨੂੰ, ਆਰਟੀਕਲ 31 ਨੂੰ, ਆਰਟੀਕਲ 32 ਨੂੰ ਜਾਂ ਫਿਰ ਆਰਟੀਕਲ 36 ਨੂੰ। ਤਾਂ ਇਹ ਕਿਹਾ ਗਿਆ ਹੈ ਜੀ ਆਰਟੀਕਲ 32 ਨੂੰ। ਡਾਕਟਰ ਭੀਮ ਰਾਓ ਅੰਬੇਦਕਰ ਨੇ ਮੌਲਿਕ ਅਧਿਕਾਰਾਂ ਦਾ ਜੀਵਨ ਅਤੇ ਆਤਮਾ ਆਖਿਆ। ਤਾਂ ਆਪਸ਼ਨ ਈ ਡੀ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਮੰਡਲ ਕਮਿਸ਼ਨ ਕਿਸ ਨਾਲ ਸੰਬੰਧਿਤ ਹੈ? ਪਛੜੀਆਂ ਸ਼੍ਰੇਣੀਆਂ ਨਾਲ, ਅਨੁਸੂਚਿਤ ਜਾਤੀਆਂ ਨਾਲ, ਅਨੁਸੂਚਿਤ ਕਬੀਲੇ ਨਾਲ ਜਾਂ ਫਿਰ ਅਨੁਸੂਚਿਤ ਜਨਜਾਤੀਆਂ ਦੇ ਨਾਲ। ਤਾਂ ਮੰਡਲ ਕਮਿਸ਼ਨ ਹੈ ਜਿਹੜਾ ਉਹ ਪਛੜੀਆਂ ਸ਼੍ਰੇਣੀਆਂ ਦੇ ਨਾਲ ਸੰਬੰਧਿਤ ਹੈ। ਆਪਸ਼ਨ ਊੜਾ ਸਾਡਾ ਰਾਈਟ ਆਨਸਰ ਆਏਗਾ। ਸੋ ਨਾਲ ਦੀ ਨਾਲ ਕਮੈਂਟ ਜ਼ਰੂਰ ਕਰਦਿਆ ਕਰੋ, ਗਲਤ ਆਨਸਰ ਹੋ ਜਾਏਗਾ ਕੋਈ ਗੱਲ ਨਹੀਂ। ਮੰਡਲ ਕਮਿਸ਼ਨ ਦਾ ਗਠਨ ਮੋਰਾਰਜੀ ਦੇਸਾਈ ਦੀ ਸਰਕਾਰ ਸਮੇਂ ਕਦੋਂ ਹੋਇਆ ਸੀਗਾ? 1977, 1978, 1979 ਜਾਂ ਫਿਰ 1980 ਦੇ ਵਿੱਚ। ਤਾਂ ਇਹ ਹੋਇਆ ਸੀਗਾ ਜੀ 1979 ਦੇ ਵਿੱਚ। ਸੋ ਮੰਡਲ ਕਮਿਸ਼ਨ 'ਤੇ ਕੁਐਸਚਨ ਕੋਈ ਪੁੱਛਿਆ ਜਾ ਸਕਦਾ ਹੈ ਕਿਸ ਨਾਲ ਸੰਬੰਧਿਤ ਹੈ? ਪਛੜੀਆਂ ਸ਼੍ਰੇਣੀਆਂ ਨਾਲ ਮੰਡਲ ਕਮਿਸ਼ਨ ਜਿਹੜਾ ਸੰਬੰਧਿਤ ਹੈ। ਇਹਦਾ ਗਠਨ ਕਦੋਂ ਹੋਇਆ ਸੀ? 1979 ਦੇ ਵਿੱਚ ਹੋਇਆ ਸੀ। ਕਿਸ ਸਮੇਂ ਹੋਇਆ ਸੀਗਾ? ਕਿਹਦੀ ਸਰਕਾਰ ਸੀ ਉਦੋਂ? ਤਾਂ ਮੋਰਾਰਜੀ ਦੇਸਾਈ ਦੀ ਸਰਕਾਰ। ਤਾਂ ਇਹ 3 ਕੁਐਸਚਨ ਇਹਦੇ ਵਿੱਚ ਬਣਦੇ ਹੈ। ਸੋ ਜ਼ਰੂਰ ਧਿਆਨ ਵਿੱਚ ਰੱਖਿਓ। ਅਗਲਾ ਪ੍ਰਸ਼ਨ ਹੈ ਮੰਡਲ ਕਮਿਸ਼ਨ ਦਾ ਪ੍ਰਧਾਨ ਕੌਣ ਸੀਗਾ? ਬਿੰਦੇਸ਼ਵਰੀ ਪ੍ਰਸਾਦ ਮੰਡਲ, ਰਣਜੀਤ ਸਿੰਘ ਸਰਕਾਰੀਆ ਜਾਂ ਸਵਰਨ ਸਿੰਘ ਜਾਂ ਫਿਰ ਹਰੀ ਸਿੰਘ ਧਨੋਆ। ਤਾਂ ਮੰਡਲ ਕਮਿਸ਼ਨ ਦਾ ਪ੍ਰਧਾਨ ਸੀ ਜਿਹੜਾ ਬਿੰਦੇਸ਼ਵਰ ਪ੍ਰਸਾਦ ਮੰਡਲ, ਜਿਹਨੂੰ BP ਮੰਡਲ ਕਿਹਾ ਜਾਂਦਾ ਹੈ। ਤਾਂ ਹੋ ਸਕਦਾ ਐਗਜ਼ਾਮ ਦੇ ਵਿੱਚ BP ਮੰਡਲ ਪਾ ਦੇਣ। ਤਾਂ ਮੰਡਲ ਕਮਿਸ਼ਨ ਦੇ ਪ੍ਰਧਾਨ ਸੀਗੇ। ਪਛੜੀਆਂ ਸ਼੍ਰੇਣੀਆਂ ਲਈ ਰਾਸ਼ਟਰੀ ਕਮਿਸ਼ਨ ਦਾ ਗਠਨ ਕਦੋਂ ਹੋਇਆ ਸੀ? ਸੋ ਰਾਸ਼ਟਰੀ ਕਮਿਸ਼ਨ ਪੁੱਛਿਆ ਗਿਆ 1973, 1983, 1993 ਜਾਂ ਫਿਰ 1966 ਦੇ ਵਿੱਚ। ਤਾਂ ਰਾਸ਼ਟਰੀ ਕਮਿਸ਼ਨ ਦਾ ਗਠਨ ਸੀ ਜਿਹੜਾ ਪਛੜੀਆਂ ਸ਼੍ਰੇਣੀਆਂ ਲਈ 1993 ਦੇ ਵਿੱਚ ਹੋਇਆ ਸੀਗਾ। ਆਪਸ਼ਨ ਈ ਡੀ ਸਾਡਾ ਰਾਈਟ ਆਨਸਰ ਬਣੇਗਾ। ਅਗਲਾ ਪ੍ਰਸ਼ਨ ਹੈ ਸੰਨ 2002 ਵਿੱਚ ਹੋਈ 86ਵੀਂ ਸੰਵਿਧਾਨਕ ਸੋਧ ਰਾਹੀਂ ਸੰਵਿਧਾਨ ਦੇ ਵਿੱਚ ਕਿਹੜਾ ਅਨੁਛੇਦ ਨਵਾਂ ਸੀ ਜਿਹੜਾ ਸ਼ਾਮਲ ਕੀਤਾ ਗਿਆ? ਅਨੁਛੇਦ 39, ਅਨੁਛੇਦ 300A, ਅਨੁਛੇਦ 21A ਜਾਂ ਫਿਰ 300। ਤਾਂ ਇਹ ਸ਼ਾਮਲ ਕੀਤਾ ਗਿਆ ਸੀਗਾ ਜੀ ਅਨੁਛੇਦ 21A। 2002 ਦੇ ਵਿੱਚ ਜੋ 86ਵੀਂ ਸੰਵਿਧਾਨਕ ਸੋਧ ਹੋਈ ਸੀ, ਤਾਂ ਇਸ ਰਾਹੀਂ ਸੰਵਿਧਾਨ ਦੇ ਵਿੱਚ 21A ਅਨੁਛੇਦ ਸੀ ਜਿਹੜਾ ਨਵਾਂ ਸੀ ਉਹ ਸ਼ਾਮਲ ਕੀਤਾ ਗਿਆ ਸੀ। ਸੋ ਆਪਸ਼ਨ ਈ ਡੀ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਸਿੱਖਿਆ ਦਾ ਅਧਿਕਾਰ, ਰਾਈਟ ਆਫ ਚਿਲਡਰਨ ਟੂ ਫਰੀ ਐਂਡ ਕੰਪਲਸਰੀ ਐਜੂਕੇਸ਼ਨ, ਇਹ ਕਦੋਂ ਲਾਗੂ ਹੋਇਆ ਸੀਗਾ? ਸੋ ਸਿੱਖਿਆ ਦੇ ਐਕਟ ਨਾਲ ਸੰਬੰਧਿਤ ਜਿੰਨੇ ਵੀ ਕੁਐਸਚਨ ਨੇ ਤਾਂ ਇਹਨਾਂ ਵਿੱਚ 1-2 ਕੁਐਸਚਨ ਜ਼ਰੂਰ ਪੁੱਛੇ ਜਾ ਸਕਦੇ ਨੇ। 4 ਅਗਸਤ 2009 ਨੂੰ, 1 ਅਪ੍ਰੈਲ 2009, 1 ਅਪ੍ਰੈਲ 2010 ਜਾਂ ਫਿਰ 4 ਅਗਸਤ 2010। ਤਾਂ ਸਿੱਖਿਆ ਦਾ ਅਧਿਕਾਰ ਸੀ ਜਿਹੜਾ ਉਹ 1 ਅਪ੍ਰੈਲ 2010 ਨੂੰ ਲਾਗੂ ਹੋਇਆ ਸੀਗਾ। ਆਪਸ਼ਨ ਈ ਡੀ ਰਾਈਟ ਆਨਸਰ ਬਣੇਗਾ। ਅਗਲਾ ਪ੍ਰਸ਼ਨ ਹੈ ਦਾ ਚਾਈਲਡ ਲੇਬਰ ਐਕਟ 1986 ਦੇ ਵਿੱਚ ਸੋਧ ਕਦੋਂ ਕੀਤੀ ਗਈ ਸੀ? ਕਿਹੜੇ ਈਅਰ ਦੇ ਵਿੱਚ ਕੀਤੀ ਗਈ ਸੀ? 2014, 2015, 2016 ਜਾਂ ਫਿਰ 2017 ਦੇ ਵਿੱਚ। ਤਾਂ ਇਹ ਸੋਧ ਕੀਤੀ ਗਈ ਸੀ ਜੀ 2016 ਦੇ ਵਿੱਚ। ਜੋ ਚਾਈਲਡ ਲੇਬਰ ਐਕਟ 1986 ਸੀ, ਬਾਲ ਮਜ਼ਦੂਰੀ ਤੇ ਰੋਕ, ਤਾਂ ਇਹਦੇ ਵਿੱਚ ਜਿਹੜੀ ਸੋਧ ਹੈ 2016 ਦੇ ਵਿੱਚ ਕੀਤੀ ਗਈ ਸੀ। ਅੱਗੇ ਇਸ ਨਾਲ ਸੰਬੰਧਿਤ ਪ੍ਰਸ਼ਨ ਹੈ ਸੰਨ 2016 ਵਿੱਚ ਹੋਈ ਸੋਧ ਦੇ ਅਨੁਸਾਰ ਚਾਈਲਡ ਲੇਬਰ ਐਕਟ ਦਾ ਨਾਮ ਬਦਲ ਕੇ ਕੀ ਰੱਖ ਦਿੱਤਾ ਗਿਆ ਸੀ? 4 ਆਪਸ਼ਨਾਂ ਨੇ। ਤਾਂ ਇਹਦੇ ਵਿੱਚ ਜਿਹੜਾ ਨਾਮ ਰੱਖਿਆ ਗਿਆ ਸੀਗਾ ਚਾਈਲਡ ਐਂਡ ਅਡੋਲਸੈਂਟ
ਲੇਬਰ ਐਕਟ 1986। ਤਾਂ ਚਾਈਲਡ ਲੇਬਰ ਐਕਟ ਦਾ ਨਾਮ 2016 ਦੇ ਵਿੱਚ ਬਦਲ ਕੇ ਰੱਖ ਦਿੱਤਾ ਗਿਆ ਸੀ। ਆਪਸ਼ਨ ਊੜਾ ਰਾਈਟ ਆਨਸਰ ਬਣੇਗਾ। ਜੇਕਰ ਭਾਰਤ ਦੇ ਕਿਸੇ ਵੀ ਭਾਗ ਵਿੱਚ ਮਾਰਸ਼ਲ ਕਾਨੂੰਨ ਲਾਗੂ ਹੋਵੇ ਤਾਂ ਕਿਸ ਐਕਟ ਦੇ ਤਹਿਤ ਮੌਲਿਕ ਅਧਿਕਾਰਾਂ 'ਤੇ ਕੁਝ ਬੰਦਿਸ਼ਾਂ ਨੇ ਜਿਹੜੀਆਂ ਲਗਾਈਆਂ ਜਾ ਸਕਦੀਆਂ ਨੇ? ਤਾਂ ਕਿਹੜੇ ਅਨੁਛੇਦ ਰਾਹੀਂ ਹੈ? 34, 35, 32 ਜਾਂ ਫਿਰ 30 ਦੇ ਤਹਿਤ। ਤਾਂ ਇਹ ਲਗਾਈਆਂ ਜਾ ਸਕਦੀਆਂ ਨੇ ਜੀ ਅਨੁਛੇਦ 34 ਦੇ ਤਹਿਤ ਕੁਝ ਬੰਦਿਸ਼ਾਂ ਨੇ ਜਿਹੜੀਆਂ ਲਗਾਈਆਂ ਜਾ ਸਕਦੀਆਂ ਨੇ ਕਿਹਨਾਂ 'ਤੇ? ਮੌਲਿਕ ਅਧਿਕਾਰਾਂ 'ਤੇ, ਜੇਕਰ ਭਾਰਤ ਦੇ ਕਿਸੇ ਵੀ ਭਾਗ ਦੇ ਵਿੱਚ ਮਾਰਸ਼ਲ ਕਾਨੂੰਨ ਹੈ ਜਿਹੜਾ ਲਾਗੂ ਹੋਵੇ। ਅਗਲਾ ਪ੍ਰਸ਼ਨ ਹੈ ਪਛੜੀਆਂ ਸ਼੍ਰੇਣੀਆਂ ਲਈ ਸਭ ਤੋਂ ਪਹਿਲਾਂ ਕਮਿਸ਼ਨ 1953 ਦੇ ਵਿੱਚ ਕਿਸ ਦੀ ਅਗਵਾਈ ਦੇ ਵਿੱਚ ਬਣਿਆ ਸੀ? ਕਾਕਾ ਕਲੇਲਕਰ, ਮਦਨ ਮੋਹਨ ਮਾਲਵੀਆ, ਵੱਲਭ ਭਾਈ ਪਟੇਲ ਜਾਂ BP ਮੰਡਲ। ਤਾਂ ਇਹ ਬਣਿਆ ਸੀਗਾ ਜੀ ਕਾਕਾ ਕਲੇਲਕਰ ਦੀ ਅਗਵਾਈ ਦੇ ਵਿੱਚ। ਪਛੜੀਆਂ ਸ਼੍ਰੇਣੀਆਂ ਲਈ ਸਭ ਤੋਂ ਪਹਿਲਾਂ ਕਮਿਸ਼ਨ ਸੀ ਜਿਹੜਾ 1953 ਦੇ ਵਿੱਚ ਬਣਿਆ ਸੀਗਾ। ਸੋ ਇਹ ਵੀ ਪੁੱਛਿਆ ਜਾਂਦਾ ਹੈ ਸਭ ਤੋਂ ਪਹਿਲਾਂ ਕਮਿਸ਼ਨ ਕਦੋਂ ਬਣਿਆ ਸੀ, ਕਿਹੜੇ ਈਅਰ ਦੇ ਵਿੱਚ ਬਣਿਆ ਸੀ? 1953 ਦੇ ਵਿੱਚ। ਕਿਹਨਾਂ ਲਈ ਬਣਿਆ ਸੀ? ਪਛੜੀਆਂ ਸ਼੍ਰੇਣੀਆਂ ਲਈ। ਕਿਸ ਦੀ ਅਗਵਾਈ ਵਿੱਚ ਬਣਿਆ ਸੀ? ਕਾਕਾ ਕਲੇਲਕਰ ਦੀ ਅਗਵਾਈ ਦੇ ਵਿੱਚ। ਸੋ 3 ਕੁਐਸਚਨ ਇਹਦੇ ਵਿੱਚੋਂ ਨਿਕਲਦੇ ਹੈ। ਮੌਲਿਕ ਕਰਤੱਵਾਂ ਦਾ ਸਿਧਾਂਤ ਕਿਸ ਦੇਸ਼ ਤੋਂ ਲਿਆ ਗਿਆ ਹੈ? ਰੂਸ, ਅਮਰੀਕਾ, ਇੰਗਲੈਂਡ ਜਾਂ ਫਿਰ ਜਾਪਾਨ ਤੋਂ। ਤਾਂ ਇਹ ਲਿਆ ਗਿਆ ਜੀ ਰੂਸ ਤੋਂ। ਮੌਲਿਕ ਕਰਤੱਵਾਂ ਦਾ ਸਿਧਾਂਤ ਹੈ ਜਿਹੜਾ ਰੂਸ ਤੋਂ ਲਿਆ। ਆਪਸ਼ਨ ਊੜਾ ਸਾਡਾ ਰਾਈਟ ਆਨਸਰ ਆਏਗਾ। ਸੋ ਵੀਡੀਓ ਨੂੰ ਚਲਦੀ ਨੂੰ ਅੱਗੇ ਸ਼ੇਅਰ ਜ਼ਰੂਰ ਕਰਦਿਆ ਕਰੋ। ਅਗਲਾ ਪ੍ਰਸ਼ਨ ਹੈ ਮੌਲਿਕ ਕਰਤੱਵਾਂ ਦਾ ਸੰਕਲਪ ਭਾਰਤੀ ਸੰਵਿਧਾਨ ਦੇ ਵਿੱਚ ਕਦੋਂ ਸ਼ਾਮਲ ਕੀਤਾ ਗਿਆ ਸੀ? 1952, 1962, 1976 ਜਾਂ ਫਿਰ 1972 ਵਿੱਚ। ਤਾਂ ਇਹ ਸ਼ਾਮਲ ਕੀਤਾ ਗਿਆ ਸੀਗਾ ਜੀ 1976 ਦੇ ਵਿੱਚ। ਮੌਲਿਕ ਕਰਤੱਵਾਂ ਦਾ ਸੰਕਲਪ ਸੀ ਜਿਹੜਾ ਇਹ ਭਾਰਤ ਦੇ ਸੰਵਿਧਾਨ ਦੇ ਵਿੱਚ 1976 ਦੇ ਵਿੱਚ ਸ਼ਾਮਲ ਕੀਤਾ ਗਿਆ ਸੀ। ਇਹਨਾਂ ਦਾ ਸਿਧਾਂਤ ਮੌਲਿਕ ਕਰਤੱਵਾਂ ਦਾ ਤਾਂ ਇਹ ਰੂਸ ਤੋਂ ਲਿਆ ਸੀ। ਅਗਲਾ ਪ੍ਰਸ਼ਨ ਹੈ ਸਵਰਨ ਸਿੰਘ ਕਮੇਟੀ ਦਾ ਸੰਬੰਧ ਕਿਸ ਨਾਲ ਹੈ? ਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਨਾਲ, ਮੌਲਿਕ ਅਧਿਕਾਰਾਂ ਨਾਲ, ਮੌਲਿਕ ਕਰਤੱਵਾਂ ਨਾਲ ਜਾਂ ਫਿਰ ਵਿੱਦਿਆ ਨਾਲ। ਤਾਂ ਸਵਰਨ ਸਿੰਘ ਕਮੇਟੀ ਦਾ ਸੰਬੰਧ ਹੈ ਜਿਹੜਾ ਉਹ ਮੌਲਿਕ ਕਰਤੱਵਾਂ ਨਾਲ ਹੈ। ਆਪਸ਼ਨ ਈਡੀ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਮੌਲਿਕ ਕਰਤੱਵਾਂ ਨੂੰ ਭਾਰਤੀ ਸੰਵਿਧਾਨ ਦੇ ਕਿਸ ਭਾਗ ਦੇ ਵਿੱਚ ਸ਼ਾਮਲ ਕੀਤਾ ਗਿਆ? ਸੋ ਪਹਿਲਾਂ ਵੀ ਤੁਹਾਨੂੰ ਕਈ ਵਾਰ ਇਹ ਦੱਸਿਆ ਭਾਗ ਤੀਜਾ, ਭਾਗ ਚੌਥਾ, ਭਾਗ ਚੌਥਾ ਏ ਜਾਂ ਭਾਗ ਤੀਜਾ ਏ। ਤਾਂ ਮੌਲਿਕ ਕਰਤੱਵਾਂ ਨੂੰ ਭਾਰਤੀ ਸੰਵਿਧਾਨ ਦੇ ਵਿੱਚ ਜਿਹੜਾ ਭਾਗ ਹੈ ਭਾਗ ਚੌਥਾ ਏ, ਇਸ ਦੇ ਵਿੱਚ ਜਿਹੜਾ ਸ਼ਾਮਲ ਕੀਤਾ ਗਿਆ। ਆਪਸ਼ਨ ਈਡੀ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਮੌਲਿਕ ਕਰਤੱਵਾਂ ਨਾਲ ਸੰਬੰਧਿਤ ਅਨੁਛੇਦ ਕਿਹੜਾ ਹੈ? 51, 51A, 51B ਜਾਂ ਫਿਰ 51C। ਤਾਂ ਮੌਲਿਕ ਕਰਤੱਵਾਂ ਨਾਲ ਸੰਬੰਧਿਤ ਅਨੁਛੇਦ ਹੈ ਜਿਹੜਾ 51A ਹੈ। ਆਪਸ਼ਨ ਆੜਾ ਸਾਡਾ ਰਾਈਟ ਆਨਸਰ ਆਏਗਾ। ਸੋ ਇਸ ਤੋਂ ਪਹਿਲਾਂ ਆਪਾਂ ਸਾਰਨੀਆਂ ਵੀ ਕਰੀਆਂ ਸੀ ਜਿਹਦੇ ਵਿੱਚ ਅਨੁਛੇਦ, ਮੌਲਿਕ ਕਰਤੱਵ, ਅਧਿਕਾਰ ਸਾਰਿਆਂ ਨੂੰ ਆਪਾਂ ਨੇ ਮਿਲਾਨ ਕਰਨਾ ਸੀ। ਤਾਂ ਇਹ ਇੱਕ ਸਾਰਨੀ ਦੇ ਰੂਪ ਵਿੱਚ ਵੀ ਕੁਐਸਚਨ ਪੁੱਛਿਆ ਜਾ ਸਕਦਾ ਹੈ ਕਿਉਂਕਿ 3-4 ਕੁਐਸਚਨ ਆਉਂਦੇ ਨੇਗੇ ਅਧਿਕਾਰਾਂ 'ਤੇ, ਅਨੁਛੇਦ 'ਤੇ, ਸ਼ਡਿਊਲ 'ਤੇ। ਜਾਂ ਤਾਂ ਸਾਰਨੀ ਬਣਾ ਕੇ ਪੇਸ਼ ਕਰ ਸਕਦੇ ਨੇ ਉਹ ਜਾਂ ਫਿਰ ਇਕੱਲੇ ਕੁਐਸਚਨ ਜਿਹੜੇ ਤੁਹਾਨੂੰ ਪੁੱਟ ਕੀਤੇ ਜਾ ਸਕਦੇ ਆ। ਸੋ 3 ਤੋਂ 4 ਕੁਐਸਚਨ ਨੇ ਇਹਨਾਂ ਦੇ ਵਿੱਚੋਂ ਜ਼ਰੂਰ ਹੈ ਜਿਹੜੇ ਪੁੱਛੇ ਜਾ ਸਕਦੇ ਆ। ਅਗਲਾ ਪ੍ਰਸ਼ਨ ਹੈ 1976 ਵਿੱਚ ਕੀਤੀ 42ਵੀਂ ਸੋਧ ਦੇ ਅੰਤਰਗਤ ਭਾਰਤੀ ਸੰਵਿਧਾਨ ਦੇ ਚੌਥੇ ਭਾਗ ਵਿੱਚ ਕਿੰਨੇ ਕਰਤੱਵ ਨੇ ਜਿਹੜੇ ਸ਼ਾਮਲ ਕੀਤੇ ਗਏ? 8, 10, 12 ਜਾਂ ਫਿਰ 11। ਤਾਂ ਇਹ ਕਰਤੱਵ ਸੀਗੇ ਜੀ 10 ਕਰਤੱਵ ਸੀ ਜਿਹੜੇ ਭਾਰਤੀ ਸੰਵਿਧਾਨ ਦੇ ਚੌਥੇ ਭਾਗ ਦੇ ਵਿੱਚ ਸ਼ਾਮਲ ਕੀਤੇ ਗਏ ਸੀ 1976 ਦੀ 42ਵੀਂ ਸੋਧ ਦੇ ਤਹਿਤ। ਸੋ ਆਪਸ਼ਨ ਆੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਇਹਨਾਂ ਦੇ ਵਿੱਚੋਂ ਕਿਹੜਾ ਮੌਲਿਕ ਕਰਤੱਵ ਹੈ ਜਿਹੜਾ ਨਹੀਂ ਹੈ? ਰਾਸ਼ਟਰੀ ਗੀਤ ਤੇ ਝੰਡੇ ਤੇ ਰਾਸ਼ਟਰੀ ਝੰਡੇ ਦਾ ਸਤਿਕਾਰ, ਪ੍ਰਭੂਸੱਤਾ, ਏਕਤਾ ਤੇ ਅਖੰਡਤਾ ਨੂੰ ਕਾਇਮ ਕਰਨਾ, ਜਨਤਕ ਸੰਪਤੀ ਦੀ ਸੁਰੱਖਿਆ, ਟੈਕਸਾਂ ਦੀ ਅਦਾਇਗੀ ਅਤੇ ਪਰਿਵਾਰ ਨਿਯੋਜਨ। ਤਾਂ ਕਿਹੜਾ ਮੌਲਿਕ ਕਰਤੱਵ ਨਹੀਂ ਹੈ ਇਹ ਪੁੱਛਿਆ ਗਿਆ। ਤਾਂ ਉਹ ਆਏਗਾ ਜੀ ਆਪਸ਼ਨ ਸੱਸਾ, ਟੈਕਸਾਂ ਦੀ ਅਦਾਇਗੀ ਅਤੇ ਪਰਿਵਾਰ ਨਿਯੋਜਨ। ਸੋ ਇਹ ਮੌਲਿਕ ਕਰਤੱਵ ਨਹੀਂ ਹੈ।
ऑप्शन सस्सा साडा राइट आंसर आएगा। अगला प्रश्न है माता पिता ਅਤੇ ਸਰਪ੍ਰਸਤਾਂ ਦੁਆਰਾ ਬੱਚਿਆਂ ਨੂੰ ਵਿਦਿਆ ਪ੍ਰਾਪਤ ਕਰਨ ਦੇ ਮੌਕੇ ਪ੍ਰਦਾਨ ਕਰਨ ਦਾ 11ਵਾਂ ਕਰਤੱਵ ਭਾਰਤੀ ਸੰਵਿਧਾਨ ਦੇ ਵਿੱਚ 2002 ਵਿੱਚ ਕਿਹੜੀ ਸੋਧ ਦੇ ਅੰਤਰਗਤ ਕੀਤਾ ਗਿਆ? 85ਵੀਂ 86ਵੀਂ 44ਵੀਂ ਜਾਂ ਫਿਰ 42ਵੀਂ ਸੋਧ ਦੇ ਅੰਤਰਗਤ। ਤਾਂ ਇਹ ਕੀਤਾ ਗਿਆ ਜੀ 46ਵੀਂ ਸੋਧ ਦੇ ਅੰਤਰਗਤ ਜੋ 2002 ਵਿੱਚ ਹੋਈ ਸੀ। ਤਾਂ ਮਾਤਾ ਪਿਤਾ ਅਤੇ ਜੋ ਸਰਪ੍ਰਸਤ ਸੀ ਤਾਂ ਇਹਨਾਂ ਦੁਆਰਾ ਬੱਚਿਆਂ ਨੂੰ ਸਿੱਖਿਆ ਪ੍ਰਾਪਤ ਕਰਨ ਦੇ ਮੌਕੇ ਪ੍ਰਦਾਨ ਕਰਨ ਦਾ ਜੋ ਇਹ 11ਵਾਂ ਕਰਤੱਵ ਸੀ। ਸੋ ਇਹ ਵੀ ਪੁੱਛਿਆ ਜਾ ਸਕਦਾ 11ਵਾਂ ਕਰਤੱਵ ਕਿਹੜਾ ਹੈ? ਬੱਚਿਆਂ ਨੂੰ ਜਿਹੜਾ ਵਿੱਦਿਆ ਪ੍ਰਾਪਤ ਕਰਨ ਦੇ ਮੌਕੇ ਪ੍ਰਦਾਨ ਕਰਨ ਦਾ 11ਵਾਂ ਕਰਤੱਵ ਹੈ। ਕਦੋਂ ਹੈ ਜਿਹੜਾ ਇਹ ਸੰਵਿਧਾਨ ਦੇ ਵਿੱਚ ਸ਼ਾਮਲ ਕੀਤਾ ਗਿਆ ਸੀ, ਕਿਹੜੀ ਸੋਧ ਰਾਹੀਂ ਕੀਤਾ ਗਿਆ ਸੀ? 2002 ਵਿੱਚ 86ਵੀਂ ਸੋਧ ਰਾਹੀਂ ਇਹ ਅੰਤਰਗਤ ਹੈ ਜਿਹੜਾ ਕੀਤਾ ਗਿਆ ਸੀ। ਸੋ ਆਪਸ਼ਨ ਆੜਾ ਸਾਡਾ ਰਾਈਟ ਆਂਸਰ ਬਣੇਗਾ। ਕਿਸ ਵਿਅਕਤੀ ਨੇ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਅਤੇ ਮੌਲਿਕ ਅਧਿਕਾਰਾਂ ਦੇ ਭਾਗ ਨੂੰ ਸੰਵਿਧਾਨ ਦੀ ਜ਼ਮੀਰ ਕਿਹਾ ਹੈ? ਗ੍ਰੇਨਵਿਲ ਆਸਟਿਨ ਨੇ, ਹੈਰੋਲਡ ਲਾਸਕੀ ਨੇ, ਪਲੇਟੋ ਨੇ ਜਾਂ ਫਿਰ ਅਰਸਤੂ ਨੇ? ਤਾਂ ਇਹ ਕਿਹਾ ਜੀ ਗ੍ਰੇਨਵਿਲ ਆਸਟਿਨ ਨੇ। ਇਹ ਵਿਅਕਤੀ ਹੋਏ ਨੇ ਜਿਨ੍ਹਾਂ ਨੇ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤ ਸੀ ਅਤੇ ਮੌਲਿਕ ਅਧਿਕਾਰ ਸੀ ਤਾਂ ਇਹਨਾਂ ਦੇ ਭਾਗਾਂ ਨੂੰ ਹੈ ਜਿਹੜਾ ਸੰਵਿਧਾਨ ਦੀ ਜ਼ਮੀਰ ਕਿਹਾ ਹੈ। ਸੋ ਇੱਕ ਦਿਲ ਅਤੇ ਆਤਮਾ ਨਾਲ ਸੰਬੰਧਿਤ ਹੁੰਦਾ ਹੈ ਤਾਂ ਇੱਕ ਇਹ ਕੁਐਸਚਨ ਤਾਂ ਆਪਸ਼ਨ ਊੜਾ ਸਾਡਾ ਰਾਈਟ ਆਂਸਰ ਬਣੇਗਾ। ਅਗਲਾ ਪ੍ਰਸ਼ਨ ਹੈ ਭਾਰਤੀ ਸੰਵਿਧਾਨ ਦਾ ਚੌਥਾ ਭਾਗ ਕਿਸ ਨਾਲ ਸੰਬੰਧਿਤ ਹੈ? ਜਾਂ ਭਾਰਤੀ ਸੰਵਿਧਾਨ ਦੇ ਚੌਥੇ ਭਾਗ ਵਿੱਚ ਕੀ ਹੈ? ਮੌਲਿਕ ਅਧਿਕਾਰ, ਮੌਲਿਕ ਕਰਤੱਵ, ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤ ਜਾਂ ਫਿਰ ਉਪਰੋਕਤ ਸਾਰੇ? ਤਾਂ ਭਾਰਤੀ ਸੰਵਿਧਾਨ ਦੇ ਚੌਥੇ ਭਾਗ ਵਿੱਚ ਜਿਹੜਾ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤ ਨੇ ਆਪਸ਼ਨ ਈਡੀ ਸਾਡਾ ਰਾਈਟ ਆਂਸਰ ਆਏਗਾ। ਅਗਲਾ ਪ੍ਰਸ਼ਨ ਹੈ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਦਾ ਸੰਕਲਪ ਕਿਸ ਦੇਸ਼ ਤੋਂ ਲਿਆ ਗਿਆ ਹੈ? ਸੋ ਪਹਿਲਾਂ ਆਪਾਂ ਇਹ ਸਾਰਣੀ ਦੇ ਵਿੱਚ ਵੀ ਕੀਤਾ ਹੈ ਤਾਂ ਅਲੱਗ ਤੋਂ ਟੁੱਟ ਕੇ ਕੁਐਸਚਨ ਆਇਆ ਇਹ। ਆਇਰਲੈਂਡ, ਫਰਾਂਸ, ਜਾਪਾਨ ਜਾਂ ਫਿਰ ਆਸਟ੍ਰੇਲੀਆ? ਤਾਂ ਰਾਜਨੀਤੀ ਦੇ ਜੋ ਨਿਰਦੇਸ਼ਕ ਸਿਧਾਂਤ ਨੇ ਇਹਨਾਂ ਦਾ ਸੰਕਲਪ ਹੈ ਜਿਹੜਾ ਆਇਰਲੈਂਡ ਤੋਂ ਲਿਆ ਜਾਂ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤ ਜਿਹੜੇ ਆਇਰਲੈਂਡ ਤੋਂ ਲਏ ਗਏ ਨੇ। ਆਪਸ਼ਨ ਊੜਾ ਸਾਡਾ ਰਾਈਟ ਆਂਸਰ ਆਏਗਾ। ਅਗਲਾ ਪ੍ਰਸ਼ਨ ਹੈ ਕਿਸ ਆਰਟੀਕਲ ਦੇ ਤਹਿਤ ਇਹ ਵਿਵਸਥਾ ਕੀਤੀ ਗਈ ਹੈ ਕਿ ਨਿਰਦੇਸ਼ਕ ਸਿਧਾਂਤ ਨਿਆਂ ਸੰਗਤ ਨਹੀਂ ਹਨ, ਯਾਨੀ ਕਿ ਨਿਆਂ ਕਰਨ ਵਾਲੀ ਨਹੀਂ ਹਨ? ਆਰਟੀਕਲ 36, ਆਰਟੀਕਲ 37, ਆਰਟੀਕਲ 39 ਜਾਂ ਫਿਰ ਆਰਟੀਕਲ 51? ਤਾਂ ਇਹ ਆਰਟੀਕਲ ਹੈ ਜੀ ਆਰਟੀਕਲ 37 ਆਪਸ਼ਨ ਆੜਾ, ਜਿਹਦੇ ਤਹਿਤ ਇਹ ਵਿਵਸਥਾ ਕੀਤੀ ਗਈ ਹੈ ਕਿ ਜੋ ਨਿਰਦੇਸ਼ਕ ਸਿਧਾਂਤ ਨੇ ਉਹ ਨਿਆਂ ਸੰਗਤ ਨਹੀਂ ਹਨ। ਆਪਸ਼ਨ ਆੜਾ ਸਾਡਾ ਰਾਈਟ ਆਂਸਰ ਆਏਗਾ ਆਰਟੀਕਲ 37। ਸੋ ਦੋਸਤੋ ਇਹ ਅਗਲੇ ਭਾਗ ਦੇ ਅਗਲੇ ਮੋਸਟ ਇੰਪੋਰਟੈਂਟ ਕੁਐਸਚਨ ਸੀ। ਕੰਟੀਨਿਊ ਤੁਹਾਨੂੰ ਟੌਪਿਕ ਦੇ ਅਨੁਸਾਰ ਪ੍ਰਸ਼ਨ ਉੱਤਰ ਜਿਹੜੇ ਪ੍ਰੋਵਾਈਡ ਕਰਦੇ ਰਹਾਂਗੇ। ਸੋ ਕਮੈਂਟ ਵੀ ਆਉਂਦੇ ਕਿ ਟੌਪਿਕ ਦੇ ਅਨੁਸਾਰ ਵੀਡੀਓ ਬਣਾਓ, ਤਾਂ ਟੌਪਿਕ ਦੇ ਅਨੁਸਾਰ ਵੀਡੀਓ ਚੱਲ ਰਹੀ ਹੈ। ਸੋ ਜ਼ਰੂਰ ਵੀਡੀਓ ਜਿਹੜੀ ਤੁਸੀਂ ਧਿਆਨ ਨਾਲ ਰੀਡ ਕਰਿਆ ਕਰੋ ਅਤੇ ਜਲਦੀ ਵੀਡੀਓ ਅੱਗੇ ਸ਼ੇਅਰ ਜ਼ਰੂਰ ਕਰਿਆ ਕਰੋ ਆਪਣਾ ਫਰਜ਼ ਸਮਝ ਕੇ, ਕਿਉਂਕਿ ਜ਼ਿਆਦਾ ਤੋਂ ਜ਼ਿਆਦਾ ਆਡੀਅੰਸ ਆਪਣੇ ਨਾਲ ਜੁੜ ਸਕੇ। ਬਿਲਕੁਲ ਫ੍ਰੀ ਕਲਾਸਾਂ ਨੇ। ਬਾਕੀ ਜੋ ਵੀ ਤੁਹਾਡਾ ਸਵਾਲ ਜਵਾਬ ਹੁੰਦਾ ਹੈ ਇੰਸਟਾਗ੍ਰਾਮ ਪੇਜ 'ਤੇ ਕਰ ਸਕਦੇ ਹੋ। ਐਗਜ਼ਾਮ ਸਟੱਡੀ ਵਿਦ ਜੋਬ ਅਲਰਟ ਇੰਸਟਾਗ੍ਰਾਮ ਪੇਜ ਦਾ ਨਾਮ ਹੈ। ਸੋ ਮਿਲਦੇ ਹਾਂ ਜੀ ਅਗਲੇ ਭਾਗ ਦੇ ਵਿੱਚ ਅਗਲੇ ਨਵੇਂ ਪ੍ਰਸ਼ਨਾਂ ਨਾਲ। ਉਦੋਂ ਤੱਕ ਲਈ ਧੰਨਵਾਦ ਜੀ।